ਪਾਣੀ ਪੀਣ ਦੇ ਬਹਾਨੇ ਮੁਲਾਕਾਤ ਹੋਈ ਹੈ ਜੀ ਕਿ ਲੜਕੀਆਂ ਲਿਆਣੀਆਂ ਆਣੀਆਂ ਜਿਹਨੂੰ ਕਰ ਦਿੱਤੀਆਂ ਸੀ ਕਿ ਭਾਈ ਇਹ ਕੀ ਕਰ ਰਹੇ ਆ ਜੀ। ਕਹਿੰਦਾ ਮੈਂ ਤੁਹਾਡੀ ਗਰੀਬੀ ਦੇਖ ਕੇ ਇਹ ਕੰਮ, ਕਹਿੰਦਾ ਆਪੇ ਹੀ ਤੁਸੀਂ ਕੱਪੜੇ ਫੱਟੇ ਹੋਏ ਪਾਏ ਜੇ, ਤੁਹਾਡੇ ਘਰ ਦੀ ਪੋਜੀਸ਼ਨ ਦੇਖੋ। ਅਸਲਾਨ ਜੱਟ ਕਹਿੰਦਾ। ਅਸਲਾਨ ਜੱਟ ਕਹਿੰਦਾ। ਤੇ ਮੈਂ ਕਿਹਾ ਤੁਸੀਂ ਇਹ ਦੱਸੋ ਭਾਈ, ਤੁਸੀਂ ਇਸ ਮਕਸਦ ਦੇ ਵਿੱਚ ਕੀ ਲੈਣਾ ਦੇਣਾ, ਗੁਰਬਤ ਸਾਡੀ ਹੈ, ਅਸੀਂ ਮਾਮਲਾ ਹੈਂਡ ਕਰੇ ਜਾਂ ਨਾ ਕਰੇ, ਤੂੰ ਇਸ ਤਰ੍ਹਾਂ ਕੀ ਕਹਿ ਰਿਹਾ ਕਿ ਤੁਸੀਂ 2 ਨੰਬਰ ਕੰਮ ਸ਼ੁਰੂ ਕਰ ਲਓ ਕਰਨਾ। ਮੈਂ ਕਿਹਾ ਭਾਈ ਜਾਲੀ ਨੋਟ, ਕਹਿੰਦਾ ਹਾਂ ਹਾਂ ਉਹੀ ਵੇਚ ਲਿਆ ਕਰੋ। ਬੰਦਾ ਲਿਆਣਾ, ਬੰਦੇ ਨੂੰ ਤੇ ਬੁੜੀ ਨੂੰ ਪ੍ਰੋਗਰਾਮ ਕਰਵਾਉਣਾ ਉਹਨਾਂ ਦਾ, ਕਰਵਾ ਕੇ ਉਹਨੇ ਬਾਹਰ ਘੱਲ ਲੈਣਾ। ਇਸਤੇਮਾਲ ਜ਼ਨਾਨੀਆਂ ਨੂੰ ਵੀ ਇਹ ਕਰੇ, ਘਰ ਵੀ ਮੇਰਾ ਬਦਨਾਮ ਇਹ ਕਰੇ। ਹਕੀਕਤ ਆ ਤੁਹਾਡੇ ਨਾਲ ਜਦੋਂ ਕੁਲੀਕ ਤੇ ਸਾਰੀ ਮੀਡੀਆ ਨੂੰ ਪਤਾ ਵੀ ਸਭ ਇਹ ਝੂਠੋ ਝੂਠ, ਕਦੀ ਕਿਸੇ ਨੂੰ ਆਂਦੇ ਨੇ, ਕਦੀ ਕਿਸੇ ਨੂੰ ਆਂਦੇ ਨੇ। 2-3 ਮਹੀਨੇ ਤੋਂ ਮੈਟਰ ਚੱਲਣ ਦਿਆ। अस्सलाम वालेकुम नाज़रीन, आप देख रहे हैं उर्दू वायरल और मेरा नाम यासर शमून ख़ान है। एडवोकेट वलीद सिद्दीकी जो मुस्तहक लोगों का केस लड़ते हैं और दुखी इंसानियत की खिदमत करते हैं, आज उनके पास बैठा हूँ। आज एक ऐसी दिल दहरा देने वाली मेरे पास कहानी है। परवीन अख्तर मेरे साथ बैठी हुई हैं। ये बद्दुमल्ले की रिहायशी हैं। ये शादरा का भी इलाका लगता है, लाहौर भी से लगता है, इसे शेखुपुरा भी लगता है। यानी कि इसको अगर लाहौर पुलिस ऑन करे तो वो भी कर सकती है, और अगर इसे शेखुपुरा का DPO साहब ऑन करे तो वो भी कर सकती है। एक सब इंस्पेक्टर है जिसका नाम अरसलान है, और वो शेखुपुरा फैक्ट्री एरिया का सब इंस्पेक्टर है। उसकी कुछ फाहिश वीडियोस भी हैं जो इनके घर में बनी हैं। इनके पास कैसे आई, क्या हुआ, मामला क्या है, आइए इनसे जानते हैं। जितना मैं हैरान हूँ, मेरा ख्याल है कि आप उससे ज़्यादा हैरान हो जाएंगे। जी अस्सलाम वालेकुम। हाँ परवीन, क्या सिलसिला है, आप मुझे ये बताएं। दरवाज़ा खड़काया इनने। इसने? ਅਸਲਾਨ ਜੱਟ ਨੇ। थोड़ा सा ऊंची बोले। ਅਸਲਾਨ ਜੱਟ। अरसलान जट ये क्या है, सब इंस्पेक्टर है? ਕਦੀ ਕਹਿੰਦਾ ਮੈਂ ਸਬ ਇੰਸਪੈਕਟਰ ਨੂੰ, ਕਦੀ ਕਹਿੰਦਾ ਮੈਂ ਪੁਲਿਸ ਵਾਲਾ, ਕਦੀ ਕਹਿੰਦਾ ਡੋਲਫਿਨ ਵਾਲਾ। ਹੁਣ ਇਹ ਪਤਾ ਨਹੀਂ ਡੋਲਫਿਨ ਵਾਲਾ। ਹਾਂਜੀ, ਇਹ ਹੁਣ ਪਤਾ ਨਹੀਂ ਕੀ ਆ ਕੀ ਨਹੀਂ ਹੈ। ਸਾਨੂੰ ਡਰਾਂਦਾ ਧਮਕਾਉਂਦਾ। ਪਾਣੀ ਪੀਣ ਦੇ ਬਹਾਨੇ ਮੁਲਾਕਾਤ ਹੋਈ ਹੈ ਇਹਦੀ। ਇੱਕ ਦਿਨ ਪਾਣੀ ਪੀਤਾ, ਦੂਸਰੇ ਦਿਨ ਪੀਤਾ, ਤੀਸਰੇ ਦਿਨ ਪਾਣੀ ਪੀ ਕੇ ਲੜਕੀਆਂ ਲਿਆਣੀਆਂ ਆਣੀਆਂ ਜਿਹਨੂੰ ਸ਼ੁਰੂ ਕਰ ਦਿੱਤੀਆਂ ਸੀ ਕਿ ਭਾਈ ਇਹ ਕੀ ਕਰ ਰਹੇ ਆ ਜੀ। ਕਹਿੰਦਾ ਮੈਂ ਤੁਹਾਡੀ ਗਰੀਬੀ ਦੇਖ ਕੇ ਇਹ ਕੰਮ ਕਰ। घर में अचानक आके पानी पीने के? ਪਾਣੀ ਪੀਤਾ, ਪਾਣੀ ਪੀ ਕੇ ਬਾਹਰ ਮੈਨੂੰ ਕਹਿੰਦਾ ਮੈਂ ਬਾਜੀ ਗਰਮੀ ਲੱਗ ਰਹੀ ਆ, ਅਸੀਂ ਚੇਅਰ ਦਿੱਤੀ। ਪਹਿਲੇ ਤੇ ਆਇਆ, ਘਬਰਾ ਗਏ, ਵਰਦੀ ਸਮੇਤ ਇਨਸਾਨ ਕੋਈ ਵੀ ਘਬਰਾ ਹੀ ਜਾਂਦਾ ਹੀ ਆ। ਸਾਡੇ ਕੋਈ ਐਸਾ ਵੈਸਾ ਜਦੋਂ ਕੋਈ ਮਸਲਾ ਹੀ ਨਹੀਂ, ਦਰਵਾਜ਼ੇ फुल लगे सन? ਕੁਛ ਚੀਜ਼ ਵੀ ਨਹੀਂ ਸੀ ਲੱਗੀ ਹੋਈ, ਐਸੇ ਵੈਸੇ ਹੀ ਵਰਦੀ ਪਾਈ ਹੋਈ ਸੀ। अच्छा फिर? ਦਰਵਾਜ਼ਾ ਪਹਿਲੇ ਤੇ ਅਸੀਂ ਬੜਾ ਘਬਰਾ ਗਏ ਕਿ ਹੁਣ ਇਹਦੇ ਕੋਲ ਕੀ ਜਵਾਬ ਸਵਾਲ ਪੁੱਛੇ, ਜਦੋਂ ਕਦੀ ਇਸ ਤਰ੍ਹਾਂ ਦੇ ਵਕਤ ਹੀ ਨਹੀਂ ਸੀ ਅੱਲਾਹ ਤਾਲਾ ਨੇ ਪਾਇਆ। ਤੇ ਜਦੋਂ ਅਸੀਂ ਪਏ ਆ ਤੇ ਫਿਰ ਪਾਣੀ ਪਿਲਾਇਆ। ਕਹਿੰਦਾ ਬਾਜੀ ਬੈਠਣਾ। ਮੈਂ ਕਿਹਾ ਚੇਅਰ ਲੈ ਲਾ, ਬੈਠ ਜਾ। ਉੱਥੋਂ ਚੁੱਕੀ ਚੇਅਰ, ਅੰਦਰ ਬੈਠ ਗਿਆ। ਕਹਿੰਦਾ ਮੇਰੇ ਸਾਥ ਨਾ ਮੇਰੀ ਵਾਈਫ ਆ। ਅਸੀਂ ਕਿਹਾ ਚੱਲ ਅੰਦਰ ਨਗਾ ਲਾ, ਤੂੰ ਪਾਣੀ ਪੀ ਲਿਆ ਤੇ ਉਹ ਵੀ ਪੀ ਲੇਗੀ। ਉਹਨੂੰ ਵੀ ਪਾਣੀ ਪੂਣੀ ਪਿਲਾਇਆ। ਸ਼ਕਲੋਂ ਤੇ ਸਾਨੂੰ ਲੱਗਾ ਕਿ ਇਹਦੀ ਵਾਈਫ ਨਹੀਂ ਹੈ, ਲੇਕਿਨ ਕੋਸ਼ਿਸ਼ ਕੀਤੀ ਪੁੱਛਣ ਦੀ ਵੀ। ਪਹਿਲੀ ਮੁਲਾਕਾਤ ਸੀ, ਅਸੀਂ ਪੁੱਛਣਾ ਨਹੀਂ ਗਵਾਰਾ ਸਮਝਿਆ ਸੀ ਕਿ ਸਾਨੂੰ ਕੀ ਲੱਗੇ, ਜਿਹੜਾ ਜੋ ਵੀ ਕੁਛ ਆ ਉਹਨਾਂ ਦਾ ਆਪਣਾ ਮਾਮਲਾ, ਸਾਡਾ ਕੰਮ ਹੀ ਨਹੀਂ ਬਣਦਾ। ਦੂਸਰੇ ਦਿਨ ਫਿਰ ਉਸੇ ਟਾਈਮ, ਉਸੇ ਦੌਰਾਨ ਦੇ ਟਾਈਮ ਆਇਆ। 2:30-3 ਦਾ ਟਾਈਮ ਸੀ। 2:30 और 3? ਹਾਂਜੀ। ਕਹਿੰਦਾ ਮੈਡਮ ਜੀ ਪਾਣੀ ਪੀਣਾ ਵਾ। ਮੈਂ ਕਿਹਾ ਮੈਡਮ ਜੀ ਵੀ ਭਾਈ ਤੁਸੀਂ ਇਹ कैसे ਲਿਸਣਾ ਬਣਾ ਰਹੇ ਆ। ਕਹਿੰਦਾ ਨਹੀਂ ਕੋਈ ਗੱਲ ਨਹੀਂ ਮੈਡਮ, ਕਹਿਣਾ ਬੁਰੀ ਬਾਤ ਨਹੀਂ। ਮੈਂ ਕਿਹਾ ਚਲੋ ਠੀਕ ਹੈ। ਪਾਣੀ ਦਾ ਗਲਾਸ ਦਿੱਤਾ ਵਾ। ਇੱਕ ਲੜਕਾ ਸੀ, ਇੱਕ ਨਾਲ ਲੜਕੀ ਸੀ। ਅੰਦਰ ਬੈਠ ਗਿਆ ਆਣ ਕੇ। ਕਹਿੰਦਾ ਆਪੇ ਹੀ ਤੁਸੀਂ ਕੱਪੜੇ ਫੱਟੇ ਹੋਏ ਪਾਏ ਜੇ, ਤੁਹਾਡੇ ਘਰ ਦੀ ਪੋਜੀਸ਼ਨ ਦੇਖੋ। अरसलान जट कहता है। ਅਸਲਾਨ ਜੱਟ ਕਹਿੰਦਾ। मैं क्या भाई तू अपने आप को सब इंस्पेक्टर कहता है, वो ASI है, सब इंस्पेक्टर है, हवालदार है, कांस्टेबल है, अभी इसी का नहीं पता। ਤੇ ਮੈਂ ਕਿਹਾ ਤੁਸੀਂ ਇਹ ਦੱਸੋ ਭਾਈ, ਤੁਸੀਂ ਇਸ ਮਕਸਦ ਦੇ ਵਿੱਚ ਕੀ ਲੈਣਾ ਦੇਣਾ, ਗੁਰਬਤ ਸਾਡੀ ਹੈ, ਅਸੀਂ ਮਾਮਲਾ ਹੈਂਡ ਕਰੇ ਜਾਂ ਨਾ ਕਰੇ, ਤੂੰ ਇਸ ਤਰ੍ਹਾਂ ਕੀ ਕੰਮ। ਕਹਿੰਦਾ ਨਹੀਂ ਮੈਂ ਤੁਹਾਨੂੰ ਕਹਿ ਰਿਹਾ ਕਿ ਤੁਸੀਂ 2 ਨੰਬਰ ਕੰਮ ਸ਼ੁਰੂ ਕਰ ਲਓ ਕਰਨਾ। ਮੈਂ ਕਿਹਾ ਭਾਈ ਜਾਲੀ ਨੋਟ, ਕਹਿੰਦਾ ਹਾਂ ਹਾਂ ਉਹੀ ਵੇਚ ਲਿਆ ਕਰੋ। पुलिस वाला कहता ਹਾਂਜੀ। ਤੇ ਮੈਂ ਕਿਹਾ ਭਾਈ ਨਹੀਂ, ਇਹਦੇ ਵਿੱਚ ਇਹਦਾ ਕੇਸ ਦੇ ਵਿੱਚ ਮੈਨੂੰ ਫੜਿਆ ਜਾਵੇ ਤੇ ਛੁੱਟਦਾ ਨਹੀਂ ਹੈ। ਕਹਿੰਦਾ ਸਾਡੀ ਵਰਦੀ ਤੇ ਤੁਸੀਂ ਮਾਨ ਨਹੀਂ ਕਰਦੇ। है? अच्छा। ਮੈਂ ਕਿਹਾ ਭਾਈ ਅੱਲਾ ਮਾਫੀ ਦੇਵੇ, ਮੈਂ ਤੈਨੂੰ ਕੋਈ ਐਸਾ ਬੁਰਾ ਨਹੀਂ ਕਿਹਾ ਕਿ ਵਰਦੀ ਵਾਲੀ ਤੇ ਗੱਲ ਹੀ ਨਹੀਂ ਕੀ ਹੈਗੀ। ਭੈਣਾਂ ਭਾਈਆਂ ਵਾਲਾ ਰਿਸ਼ਤਾ ਤੁਸੀਂ ਗੱਲ ਜਿਹੜੀ ਕਰਨੀ ਆ ਕਰੋ। ਇਹਨੂੰ ਮੈਂ ਕਿਹਾ ਭਾਈ ਨਹੀਂ ਮੈਂ ਜਗ੍ਹਾ ਨਹੀਂ ਦੇਣੀ ਹੈਗੀ। ਉਸ ਟਾਈਮ ਮੇਰਾ ਸ਼ੋਹਰ ਫੌਤ ਹੋਇਆ ਹੋਇਆ ਸੀ, ਬਹੁਤ ਗੁਰਬਤ ਸੀਗੀ। ਇਹ ਆਣਾ ਜਾਣਾ ਸ਼ੁਰੂ ਕਰ ਦਿੱਤਾ, ਘਬਰਾਣਾ ਦਿਲੋਂ ਵੀ, ਵਿੱਚੋਂ ਵੀ ਡਰਨਾ। ਅਕੇਲੀ ਜੋ ਮੈਂ ਰਹਿੰਦੀ ਸੀਗੀ, अच्छा। ਡਰਨਾ ਵੀ ਆਪਣੇ ਆਪ ਨੂੰ। ਕੋਈ ਗੱਲ ਕਹਿਣੀ ਤੇ ਸਾਡੇ ਤੇ ਹੈ मदद भी करता सी? ਮਦਦਕਾਰੀ ਖੇਡ ਹੀ ਕਰਦਾ ਸੀ। ਬੁੜੀ ਨੂੰ ਲੈ ਕੇ ਅੰਦਰ ਬੈਠ ਜਾਣਾ, 150 ਰੁਪਇਆ ਅਗਲੇ ਕੋਲੋਂ ਦਵਾਣਾ ਤੇ 30,000 ਮਹੀਨੇ ਦਾ ਮੇਰੇ ਕੋਲ ਵਸੂਲ ਕਰ ਲੈਣਾ। ਉਹ ਮੇਰੀ ਮਦਦ ਕਰਨ ਦੀ ਬਚਾਏ ਸਾਨੂੰ ਖਾ ਰਿਹਾ ਸੀ। अच्छा कर की रहा सी अंदर? ਅੰਦਰ ਪਤਾ ਨਹੀਂ, ਮੈਂ ਥੋੜਾ ਅੰਦਰ ਉਹਨਾਂ ਦੇ ਨਾਲ ਜਾ ਕੇ ਦੇਖਣਾ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ। फिर की अंदर आना उन्हें ते बुड्ढी लैनी नाल एक बंदा लैना? ਬੰਦਾ ਲਿਆਣਾ, ਬੰਦੇ ਨੂੰ ਤੇ ਬੁੜੀ ਨੂੰ ਪ੍ਰੋਗਰਾਮ ਕਰਵਾਉਣਾ ਉਹਨਾਂ ਦਾ, ਕਰਵਾ ਕੇ ਉਹਨੇ ਬਾਹਰ ਘੱਲ ਲੈਣਾ। ਅੱਲਾ ਬਿਹਤਰ ਜਾਣਦਾ ਉਹਨਾਂ ਕੋਲੋਂ ਕੀ ਲੈਂਦਾ ਸੀ ਕੀ ਨਹੀਂ ਲੈਂਦਾ ਸੀ, ਇਹ ਮੈਨੂੰ ਨਹੀਂ ਸੀ ਪਤਾ। ਦਰਵਾਜ਼ਾ ਬੰਦ ਕਰਕੇ ਅੰਦਰੋਂ ਪੈਸੇ ਉਹਨਾਂ ਕੋਲ ਫੜਦਾ।
ਉਹ ਵੀ ਆਓ ਕਿਹੜਾ ਸਾਨੂੰ ਦਿੰਦਾ ਸੀ, ਕਿਰਾਇਆ ਬਿੱਲ ਜ਼ਿੰਮੇਵਾਰੀਆਂ ਸਾਰੀਆਂ ਮੇਰੀਆਂ, ਇਸਤੇਮਾਲ ਜਨਾਨੀਆਂ ਨੂੰ ਵੀ ਇਹ ਕਰੇ, ਘਰ ਵੀ ਮੇਰਾ ਬਦਨਾਮ ਇਹ ਕਰੇ। ਇਹ ਪੁਲਿਸ ਵਾਲਾ ਤਾਂ ਨਹੀਂ ਹੈ, ਪੁਲਿਸ ਵਾਲੇ ਤੇ ਹਾਂਜੀ ਤੁਹਾਡੇ ਘਰ ਨੂੰ ਕੁਬਾਖਾਨਾ ਬਣਾ ਕੁਬਾ ਖਾਨਾ ਬਣਾਤਾ। ਫਿਰ ਮੈਨੂੰ ਧਮਕੀਆਂ ਲਾਉਣ ਲੱਗ ਗਿਆ ਕਿ ਅਗਰ ਮਹੱਲੇ ਵਾਲਿਆਂ ਕੋਲ ਤੁਹਾਡੇ ਹਾਂਜੀ ਮਹੱਲੇ ਵਾਲਿਆਂ ਨੂੰ ਮੈਂ ਕਵਾਂਗਾ ਇੱਕ ਬੰਦਾ ਆ ਰਿਹਾ ਇੱਕ ਜਾ ਰਿਹਾ, ਲੈ ਕੇ ਤੂੰ ਆ ਰਿਹਾ, ਮੋਟਰਸਾਈਕਲ ਤੇਰੀ ਆ, ਬਹਾ ਕੇ ਵੀ ਤੂੰ ਬੰਦਾ ਨਾਲ ਲਿਆ ਰਿਹਾ, ਲੇਡੀਜ਼ ਵੀ ਤੂੰ ਬਹਾ ਕੇ ਲਿਆ ਰਿਹਾ, ਬਦਨਾਮ ਤੂੰ ਮੈਨੂੰ ਕਰ ਰਿਹਾ। ਜਦੋਂ ਇਹਨੇ ਇਹ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਕਰ ਦਿੰਦੀਆਂ ਮੈਂ ਡਰ ਜਾਣਾ, ਮੈਂ ਕਹਿੰਦਾ ਨਾ ਐਸਾ ਕੋਈ ਕਦਮ ਚੁੱਕਿਆ ਤੇ ਕੋਈ ਮੇਰੇ ਬੰਦੇ ਨੇ ਦੱਸਿਆ ਮੈਂ ਦੂਸਰੀ ਵੀ ਸ਼ਾਦੀ ਕਰ ਲਈ ਹੋਈ ਸੀ ਨਾ ਇਹਨਾਂ ਨਾਲ। ਅੱਛਾ ਤੁਸੀਂ ਸ਼ਾਦੀ ਹਾਂਜੀ ਇਹਨੂੰ ਕੋਈ ਦੱਸੇ ਕੰਮ ਤੇ ਗਏ, ਇਹਨਾਂ ਨੂੰ ਮੈਂ ਗੱਲ ਕਰਨੀ ਤੇ ਮੈਂ ਕਹਿਣਾ ਇਹਨਾਂ ਸਾਡੀ ਥੋੜੀ ਦੇਰ ਹੋਈ ਹੈ ਸ਼ਾਦੀ ਹੋਣੀ, ਸਾਡੀ ਆਪਸ ਵਿੱਚ ਅਣਬਣ ਨਾ ਹੋ ਜਾਏ। ਸਹੀ ਤਲਕ ਨਾ ਖਰਾਬ। ਹਾਂਜੀ ਇਧਰੋਂ ਵੀ ਡਰਨਾ ਉਧਰੋਂ ਵੀ ਡਰਨਾ, ਇਹਨੇ ਮੇਰੀ ਮਜਬੂਰੀ ਦਾ ਨਾ ਫਾਇਦਾ ਚੁੱਕਿਆ। ਇਹਨੇ ਮੈਨੂੰ ਕਿਹਾ ਕਿ ਮੈਨੂੰ ਨਾ ਬੰਦਾ ਜਿਹੜਾ ਘਰ ਆਂਦਾ ਨਾ ਇਹਦੇ 'ਚ ਸੂਰ ਦੀ ਅੱਖ ਵਾਲਾ ਮੈਨੂੰ ਚੰਗਾ ਨਹੀਂ ਲੱਗਦਾ। ਅੱਛਾ ਹਾਂਜੀ ਇਹਨੇ ਕਿਹਾ ਅੱਜ ਮੋਟੋ ਇਸ ਤਰ੍ਹਾਂ ਬੈਠਾ ਨਾ ਇਹ ਕਿਸ ਤਰ੍ਹਾਂ ਬਿਟਰ ਬਿਟਰ ਦੇਖ ਰਿਹਾ ਤੇਰੀ ਬੱਚੀ ਏ, ਤੇ ਮੈਂ ਇਹਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਭਾਈ ਤੁਸੀਂ ਨਾ ਘਰ ਆਇਆ ਕਰੋ। ਇਹਨੇ ਇਸੇ ਗੱਲ ਤੋਂ ਚਿੜ ਖਾਈ ਜਾਣੀ, ਜਿੱਦ ਨਾਲ ਜ਼ਿਆਦਾ ਲੋਕ ਲੈ ਕੇ ਆਣੇ। ਅੱਛਾ ਹਾਂਜੀ ਬਦਮਾਸ਼ੀ ਨਾਲ? ਹਾਂਜੀ ਇਹ ਤੋਸਨਾ? ਹਾਂਜੀ ਮੈਨੂੰ ਕਹਿਣਾ ਬੋਲਣਾ ਨਾ ਤੇ ਪਿਸਤੌਲ ਦੇ ਬੁਲਟ ਮਾਰਨੇ ਸ਼ੁਰੂ ਕਰ ਦੇਣੇ। ਅੱਛਾ ਪਿਸਟਲ ਵੀ ਸੀ? ਹਾਂਜੀ ਡਰਨਾ, ਕਹਿਣਾ ਅੱਲਾ ਸੋਹਣਿਆ ਕੋਈ ਰਾਹ ਦੇ ਦੇ ਕਿ ਕਿਸ ਤਰ੍ਹਾਂ ਇਹਨੂੰ ਫੜੀਏ ਅਸੀਂ ਜਾਂ ਕਿਸ ਤਰ੍ਹਾਂ ਇਹਨਾਂ ਕਰੀਏ। ਜਾਨ ਕਿਵੇਂ ਛੁਡਾਈ? ਹਾਂਜੀ ਇੱਕ ਦਿਨ ਨਾ ਸੇਨ ਦੇ ਵਿੱਚ ਲੇਟਿਆ, ਕਮਰਿਆਂ 'ਚ ਵੀ ਨਹੀਂ, ਲੜਕੀ ਦੇ ਉੱਪਰ ਲੱਤ ਰੱਖੀ ਹੋਈ ਤੇ ਖੂਬ ਸੁੱਤਾ ਹੋਇਆ ਮੌਜ ਮਸਤੀ ਦੇ ਨਾਲ। ਬੇਟੀ ਮੇਰੀ ਨਾ ਸਵੇਰ 7 ਵਜੇ ਸਕੂਲ ਜਾਂਦੀ ਆ, ਉੱਠ ਕੇ ਨਾ ਬਾਹਰ ਆਈ ਕਹਿੰਦੀ ਮੰਮਾ ਜੀ 8ਵੀਂ 'ਚ ਮਾਸ਼ਾਅੱਲਾ ਪੜ੍ਹਦੀ ਆ। ਇਸ ਚੀਜ਼ ਨੂੰ ਬੱਚਾ ਸਮਝਦਾਰ ਜੇ ਹੋਵੇ ਨਾ ਤੇ ਬੱਚਾ ਘਬਰਾ ਜਾਂਦਾ। ਉਹ ਕਹਿੰਦੀ ਮੰਮਾ ਜੀ ਅੰਕਲ ਸਲਾਨ ਨੂੰ ਕਹਿ ਕੇ ਸਾਡੇ ਨਾ ਕਮਰੇ 'ਚ ਲੇਟ ਜਾਇਆ ਕਰੇ, ਇੱਥੇ ਬਸੇਨ 'ਚ ਨਾ ਲੇਟੇ। ਮੈਂ ਇਹਨੂੰ ਜਾ ਕੇ ਉਠਾਇਆ, ਤੇ ਕੀ ਸੇਨ ਚ ਕਿਸ ਤਰ੍ਹਾਂ ਲੇਟਿਆ? ਲੇਟਿਆ ਹੋਇਆ ਸੀਗਾ, ਉੱਪਰ ਟਾਂਗੇ ਰੱਖੀ ਹੋਈ ਸੀ ਉਹਦੇ। नाज़रीन, परवीन बीबी ने ही एडवोकेट साहब को प्रूफ फराम किए हैं और वो प्रूफ वीडियो में है, वो भी मुलाहिज़ा फरमाइएगा, देखिएगा कि ये उबाश सब इंस्पेक्टर है, ASI है, ये जो भी है पुलिस में है, ये कर क्या रहा है वहाँ लड़की के साथ इनके सहन में, किस तरह की हालत में लेटा हुआ है और इन्होंने किस तरह वीडियो बना ली, ये भी इनसे जानते हैं। ਇਹਨੂੰ ਮੈਂ ਜਾ ਕੇ ਉਠਾਇਆ, ਵੀਡੀਓ ਅਸੀਂ ਬਣਵਾ ਲਈ ਸੀ, ਕੈਮਰਾ ਪਹਿਲੇ ਹੀ ਰੱਖਿਆ ਹੋਇਆ ਸੀ। अच्छा पहली पे कैमरा रखे? ਜਿਹੜਾ ਬੰਦਾ ਇਹਨਾਂ ਚਿੜ ਖਾਂਦਾ ਸੀ ਉਹ ਪਹਿਲੇ ਹੀ ਰੱਖ ਗਿਆ ਹੋਇਆ ਸੀ। ਜਿਹੜਾ ਬੰਦਾ ਛਿੜਕਾਣਾ ਹੀ ਉਹਨੇ ਕੈਮਰਾ ਉਹ ਵੀ ਰੱਖ, ਪੁਲਿਸ ਵਾਲਾ ਹੀ ਸੀਗਾ, ਉਹ ਵੀ ਪੁਲਿਸ ਵਾਲਾ ਉਹਦਾ ਸੀ, ਨਾਮ ਨਹੀਂ ਇਹੀ ਜਾਣਦਾ ਵਾ, ਉਹਨੇ ਸਾਡੀ ਹੈਲਪ ਕੀਤੀ ਆ। ਉਹਨੇ ਪ੍ਰੂਫ ਦਿੱਤੇ। ਮੈਂ ਜਾ ਕੇ ਇਹਨੂੰ ਉਠਾਇਆ, ਮੈਂ ਕਿਹਾ ਭਾਈ ਮੈਂ ਡਰਦੀ ਨੇ ਜਾ ਕੇ ਉਠਾਇਆ ਵੀ ਫਿਰ ਵੀ ਕਿਤੇ ਉੱਠ ਕੇ ਐਵੇਂ ਸਾਡੇ ਘਰ 'ਚ ਡਰਾਮਾ ਨਾ ਬਣੇ, ਮੇਰਾ ਮੀਆਂ ਵੀ ਆ, ਕਿਸੇ ਨੂੰ ਮਾਰਨ ਕੁੱਟਣ ਨਾ ਲੱਗ ਜਾਏ। ਡਰ ਜਾਂਦਾ ਇਨਸਾਨ, ਵਰਦੀ ਤੋਂ ਇਨਸਾਨ ਅਦਬ ਕਰ ਰਿਹਾ ਜੀ। ਲੇਕਿਨ ਤੁਸੀਂ ਤੇ ਮੈਨੂੰ ਥੋੜੀ ਦੇਰ ਪਹਿਲੇ ਕਿਹਾ ਕਿ ਵੀਡੀਓ ਤੁਸੀਂ ਖੁਦ ਬਣਾਈ। ਨਹੀਂ ਮੈਂ ਖੁਦ ਨਹੀਂ ਬਣਾਈ, ਮੇਰਾ ਮੋਬਾਈਲ ਹੀ ਫੜ ਲੈਂਦਾ ਹੁੰਦਾ ਸੀ, ਅਸੀਂ ਕਿੱਥੋਂ ਖੁਦ ਬਣਾਉਣੀਆਂ ਸੀ। ਇਹ ਮੋਬਾਈਲ ਮੇਰਾ ਤੇ ਮੇਰੇ ਮੀਆਂ ਦਾ ਮੋਬਾਈਲ ਫੜ ਲੈਂਦਾ ਹੁੰਦਾ ਸੀ। ਇਹ ਪੁਲਿਸ ਵਾਲੇ ਨੇ, ਇਹਦਾ ਦੋਸਤੀ ਸੀ ਕੋਈ ਮੋਟਾ ਜਿਹਾ ਸੀ, ਜਿਹਨੇ ਵੀਡੀਓ ਬਣਾ ਕੇ ਸਾਨੂੰ ਦਿੱਤੀ ਆ, ਸੈਂਡ ਹੋਈ ਸਾਡੇ ਨੰਬਰ ਤੇ। उस वीडियो में आप देख सकते हैं एक आदमी वीडियो बनाता हुआ करीब जा रहा है, ਟੁਰਦਾ ਜਾ ਰਿਹਾ, ਜਿਸ ਬੰਦੇ ਬਣਾਈ ਆ ਉਹਨਾਂ ਨੂੰ ਟੁਰਦੇ ਜਾਂਦੇ ਨਹੀਂ ਬਣਾਈ ਆ, ਉਹਨੇ ਸਾਨੂੰ ਸਬੂਤ ਦਿੱਤਾ, ਉਹਦੀ ਨੇਕੀ ਉਹਦੀ ਮਿਹਰਬਾਨੀ ਆ। चलो उन्हें ਤੁਹਾਨੂੰ ਪ੍ਰੂਫ ਦੇ ਦਿੱਤਾ, ਠੀਕ ਹੈ। ਔਰਤ ਨੇ ਕਿਹਾ ਕਿ ਇਹ ਬੰਦਾ ਜਿਹੜਾ ਨਾ ਬੰਦਾ ਅੱਛਾ ਨਹੀਂ ਲੱਗਦਾ ਹੈਗਾ, ਤੇਰੇ ਘਰ ਦੇ ਵਿੱਚ ਆਣ ਕੇ ਸੌਂਦਾ, ਤੇਰਾ ਘਰ ਅੱਡਾ ਇਸਤੇਮਾਲ ਕਰ ਰਿਹਾ, ਬਦਨਾਮ ਤੂੰ ਹੋ ਰਹੀ ਆ, ਕਿਰਾਏ ਬਿੱਲ ਤੂੰ ਦੇ ਰਹੀ ਆ, ਕੱਲ ਨੂੰ ਤੇਰੀਆਂ ਬੱਚਿਆਂ ਤੇਰੇ ਸ਼ੋਹਰ ਦੇ ਅੱਗੇ ਆਣੀਆਂ ਜੀ। ਮੈਂ ਇਹਨਾਂ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਕਰਦੀਆਂ, ਮੈਂ ਕਿਹਾ ਜਾ ਕੇ ਭਾਈ ਉੱਠ ਕੇ ਜਾ ਕੇ ਅੰਦਰ ਪੈ। ਕਹਿੰਦਾ ਮੈਨੂੰ ਨਾ ਤੁਹਾਡੀ ਆਦਤ ਅੱਛੀ ਨਹੀਂ ਲੱਗੀ ਕਿ ਮੈਨੂੰ ਸੁੱਤੇ ਨੂੰ ਤੁਸੀਂ ਉਠਾਇਆ, ਐਡੇ ਮਜ਼ੇ ਦੀ ਨੀਂਦ ਆ ਰਹੀ ਆ। ਮੈਂ ਕਿਹਾ ਮਜ਼ੇ ਦੀ ਤੈਨੂੰ ਨੀਂਦ ਆ ਰਹੀ ਸੀ ਨਾ ਤੇ ਤੂੰ ਕਮਰੇ 'ਚ ਜਾ ਕੇ ਸੌਂਦਾ, ਜਾਂ ਤੇਰਾ ਘਰ ਹੈ ਸੀ ਉੱਥੇ ਲੈ ਕੇ ਜਾਂਦਾ। ਕਹਿੰਦਾ ਮੇਰੀ ਬੀਵੀ ਆ, ਮੇਰੇ ਬੱਚੇ ਆ, ਮੇਰਾ ਘਰ ਉਜੜ ਜਾਂਦਾ। ਮੈਂ ਕਿਹਾ ਜਦੋਂ ਤੂੰ ਲੋਕਾਂ ਦੀਆਂ ਜ਼ਨਾਨੀਆਂ ਨੂੰ ਇਸਤੇਮਾਲ ਕਰਦਾ ਉਦੋਂ ਤੇਰਾ ਘਰ ਉਜੜਦਾ, ਇਹ ਪਤਾ ਚੱਲ ਜਾਵੇ ਤੇਰੀ ਵਾਈਫ ਨੂੰ ਤੂੰ ਕੀ ਕਰੇਗੀ, ਹੋਊਗਾ ਦੇਖੀ ਜਾਊਗੀ। ਅਸੀਂ ਕਿਹਾ ਤੂੰ, ਲੇਕਿਨ ਮੈਂ ਕਿਹਾ ਮੈਨੂੰ ਭਾਈ ਇਹ ਨਹੀਂ ਚੰਗਾ ਲੱਗਦਾ ਕਿ ਮੇਰੀ ਬੱਚੀ ਮੈਨੂੰ ਕਹਿ ਰਹੀ ਆ। ਉੱਠਦਿਆਂ ਸਾਰ ਮੇਰੀ ਬੱਚੀ ਦੇ ਥੱਪੜ ਮਾਰਿਆ ਮੂੰਹ ਦੇ ਉੱਤੇ। ਓਹੋ, ਯਤੀਮ ਬੱਚੀ ਦੇ ਮੂੰਹ ਤੇ ਥੱਪੜ ਮਾਰ ਰਿਹਾ ਜੇ, ਥੱਪੜ ਮਾਰ ਕੇ ਉਹਨੂੰ ਕਹਿ ਰਿਹਾ ਬੱਚਾ ਆ ਦੇਖ ਕੇ ਨਾ ਹੁਣ ਤੂੰ ਮਾਫੀ ਨਹੀਂ ਤੈਨੂੰ ਮਿਲੇਗੀ। ਫਿਰ ਬੱਚੀ ਨਾਲ ਚਿੜਚਿੜਾਪਨ ਕਰਨ ਲੱਗ ਗਿਆ, ਗੰਦੀਆਂ ਟਾਕੀਆਂ ਮੰਗਵਾਉਣ ਲੱਗ ਗਿਆ, ਮੇਰੀ ਟਾਂਗੇ ਦਬਾ ਚੁੰਡੀਆਂ ਥੱਪਾ ਕਰ। ਮੇਰੀ ਬੱਚੀ ਨੂੰ ਨਹੀਂ ਸੀ ਇਸ ਤਰ੍ਹਾਂ ਚੰਗਾ ਲੱਗਦਾ। ਉਹਨੇ ਸਾਰਾ ਦਿਨ ਬੱਚੀ ਨੇ ਸਕੂਲ ਕੱਢਣਾ, ਅਕੈਡਮੀ ਚਲੇ ਜਾਣਾ। ਅਸੀਂ ਕਹਿਣਾ ਬੇਟਾ ਘਰ ਕਿਉਂ ਨਹੀਂ, ਉਹਨੇ ਕਹਿਣਾ ਮੰਮਾ ਅੰਕਲ ਅਸਲਾਨ ਜਿੰਨੀ ਦੇਰ ਘਰ ਆ ਮੈਂ ਨਹੀਂ ਮੰਮਾ ਆਉਣਾ ਹੈਗਾ। ਇੱਕ ਕਿਸਮ ਦਾ ਸਾਡੇ ਬੱਚੇ ਵੀ ਦੂਰ ਜਾ ਰਹੇ ਸੀ, ਕਮਾਈ ਕਰਕੇ ਇਹ ਖਾ ਰਿਹਾ ਸੀ, ਬਦਨਾਮ ਅਸੀਂ ਹੋ ਰਹੇ ਸੀਗੇ। ਫਿਰ ਮੈਨੂੰ ਕਹਿੰਦਾ, ਮੈਂ ਕਿਹਾ ਭਾਈ ਤੂੰ ਇਹ ਕੰਮ ਨਾ, ਤੈਨੂੰ ਮੈਂ ਇੱਥੇ ਵੜਨ ਨਹੀਂ ਦੇਣਾ। ਮੈਂ ਆਪਣੇ ਘਰੋਂ ਮਨਾ ਕਰ ਛੱਡਿਆ ਉਹਨੂੰ। अच्छा, मना करने के बावजूद भी इन्हें शंकर बंदा भेजा। सब इंस्पेक्टर की ये जो अपने आप को पुलिस वाला कहता है, आप टेलीविजन स्क्रीन पे बार बार तस्वीर भी देखेंगे और फुटेज भी देखेंगे और अंदाज़ा करें कि अगर ये इन्हीं के घर की वीडियो है, बकौल ये इनके घर की ही वीडियो है जो ये कह रही हैं, अगर इन्हीं के घर की वीडियो है तो फिर ये पंजाब पुलिस के अहलकार कर क्या रहे हैं?
ये किस नहज पे पहुंच गए हैं? ये एक कल में ਲੇਟੇ ਆ, ਮੈਂ ਚਾਰਪਾਈ ਦਾ ਸਬੂਤ ਵੀ ਦਊਂਗੀ, ਆ ਮੇਰੇ ਘਰ ਇਸ ਟਾਈਮ ਵੀ ਮੌਜੂਦ ਆ। अच्छा ਹਾਂਜੀ ਜੋ ਤੱਕ ਠੀਕ। ਲੇਟਿਆ ਜਿਸ ਤਰ੍ਹਾਂ ਪਿਆ ਮੇਰੇ अब ਆਪਣੀਆਂ। देखिए कितने यकीन से गए। ਹਾਂਜੀ ਮੈਂ ਇਹ ਚੀਜ਼ ਦੀ ਗਾਰੰਟੀ ਦੇ ਕੇ ਕਹਿੰਦੀ ਕਿ ਮੇਰੇ ਘਰ ਸੁੱਤਾ ਸੀ। अच्छा फिर क्यों है? ਫਿਰ ਇਹਨੇ ਸ਼ੰਕਰ ਨਾਂ ਦੇ ਬੰਦੇ ਨੂੰ ਨਾ ਸਾਡੇ ਘਰ ਭੇਜਿਆ। ਉਹ ਚਾਚੀ ਜੀ ਕਰਦਾ ਫਿਰ ਨਾ ਬਹੁਤ ਅੱਛਾ ਬਣ ਕੇ ਮੇਰੇ ਨਾਲ ਰਹਿਣਾ, ਕਦੀ ਭਾਂਡੇ ਧਵਾਰੇ ਨੇ, ਆ ਚਾਚੀ ਤੂੰ ਕੱਲੀ ਲੱਗੀਆਂ, ਲਿਆ ਮੈਂ ਤੇਰੇ ਨਾਲ ਕੰਮ ਕਰਵਾ ਲੈਂਦੀ। ਮੈਂ ਨਾ ਬੜਾ ਦਿਲ ਨਾ ਹੋ ਗਿਆ, ਮੈਂ ਕਿਹਾ ਨਾ ਚੱਲ ਹੋ ਜਾਣੇ, ਵਿਚਾਰਾ ਆ ਜਾਂਦਾ ਵਾ, ਕੋਈ ਗੱਲ ਨਹੀਂ, ਫਿਰ ਕਿਹੜੀ ਗੱਲ ਆ। ਚਾਚੀ ਕਸਮੇ ਖੁਦਾ ਦੀ ਮੈਂ ਨਾ ਬਹੁਤ ਗੁਰਬਤ ਛਾਈ ਪਈ ਆ ਮੇਰੇ ਘਰ ਦੇ ਵਿੱਚ। ਸਾਨੂੰ ਲੋਕਾਂ ਨੇ ਬਾਹਰ ਕਹਿਣਾ ਕਿ ਇਹ ਬੰਦਾ ਆਈਜ਼ ਵੇਚਦਾ ਵਾ ਅਸਲਾਨ ਜੱਟ ਦੀ। अच्छा आइस पे ही था। ਹਾਂਜੀ ਅਸੀਂ ਨਾ ਯਕੀਨ ਨਹੀਂ ਕਰਨਾ। ਇੱਕ ਦਿਨ ਨਾ ਦਰਵਾਜ਼ਾ ਖੜਕਾਇਆ, ਇਹ ਨੱਸ ਕੇ ਬਾਹਰ ਨੂੰ ਗਿਆ, ਇਹਦੇ ਨੰਬਰ ਤੇ ਮੈਸੇਜ ਆਇਆ ਅਸਲਾਨ ਜੱਟ ਦੇ ਤੇ। ਅਸਲਾਨ ਜੱਟ ਨੇ ਇਹਨੂੰ ਇਸ ਤਰ੍ਹਾਂ ਇਸ਼ਾਰਾ ਕੀਤਾ, ਇਹ ਬੰਦਾ ਬਾਹਰ ਗਿਆ ਸ਼ੰਕਰ ਨਾਂ ਦਾ। अच्छा ਘੁਮਿਆਰਾਂ ਦਾ ਗੇਟ ਸੀ, ਉੱਥੇ ਖੜ ਕੇ ਇਹਨੇ ਆਈਜ਼ ਦਿੱਤੀ ਆ। अच्छा ਹਾਂ ਮੈਨੂੰ ਮੁਹੱਲੇ ਵਾਲਿਆਂ ਨੇ ਵੀ ਦੱਸਿਆ, ਮੈਂ ਆਪ ਵੀ ਬਾਹਰ ਗਈ। ਤੁਸੀਂ ਤੇ ਦੱਸਿਆ ਹੈ ਕਿ ਤੁਹਾਨੂੰ ਵੀ ਵੇਚਣ ਦੇ ਮਜਬੂਰ ਕਰ ਇਹ ਵੀ ਮੈਂ ਤੁਹਾਨੂੰ ਸਾਰੀ ਗੱਲ ਦੱਸਾਂਗੀ। ਮੈਂ ਇਹਨੂੰ ਕਿਹਾ ਸ਼ੰਕਰ ਨੂੰ, ਮੈਂ ਕਿਹਾ ਭਾਈ ਸ਼ੰਕਰ ਗੱਲ ਸੁਣ ਮੇਰੀ ਇੱਧਰ, ਤੂੰ ਮੇਰੇ ਘਰ ਅੱਜ ਤੋਂ ਬਾਅਦ ਚ ਨਹੀਂ ਆਣਾ ਹੈਗਾ। ਕਹਿੰਦਾ ਕਿਉਂ? ਮੈਂ ਕਿਹਾ ਤੇਰੇ ਕੋਲ ਕਿੰਨੀ ਆਈਜ਼ ਹੁੰਦੀ ਆ? ਕਹਿੰਦਾ ਅਸੀਂ ਪੀਂਦੇ ਆ ਤੇ ਜੀਂਦੇ ਆ। ਅੱਛਾ ਆਪ ਵੀ ਪੀਂਦਾ ਸੀ? ਆਪ ਵੀ ਪੀਂਦਾ ਸੀ। ਤੁਹਾਨੂੰ ਵੀ ਪਿਲਾਉਂਦੇ ਲੱਗ ਹਾਂਜੀ ਬਾਈ ਇਸਲਾਨ ਨੇ ਕਿਹਾ ਕਿ ਤੂੰ ਨਾ ਗੱਲ ਸੁਣ, ਇਹ ਮੈਂ ਕੰਮ ਛੱਡ ਦਿੰਨਾ ਵਾ, ਚੱਲ ਤੁਸੀਂ ਮੇਰੀ ਇੱਕ ਸ਼ਰਤ ਮੰਨੋ। ਮੈਂ ਕਿਹਾ ਕੀ? ਕਹਿੰਦਾ ਤੈਨੂੰ ਮੈਂ ਨਾ ਆਈਜ਼ ਲਿਆਣ ਕੇ ਨਾ 50 ਗ੍ਰਾਮ 1000 ਰੁਪਏ ਦੀ ਗ੍ਰਾਮ ਦੇਣਗੇ, 500 ਤੂੰ ਰੱਖਿਆ ਤੇ 500 ਮੈਂ ਤੈਨੂੰ। ਬੰਦੇ ਵੀ ਮੈਂ ਦਵਾਂਗਾ, ਮੋਟਰਸਾਈਕਲ ਵੀ ਮੈਂ ਤੈਨੂੰ ਆਪੇ ਨਹੀਂ ਦਵਾਂਗਾ। ਸ਼ਦਰੇ ਡਿਫੈਂਸ ਵਾਲੀ ਸਾਈਡ ਤੇ ਜਿੱਥੇ ਜਿੱਥੇ ਕਵਾਂਗਾ ਬੰਦੇ ਵੀ VIP ਹੋਣਗੇ, ਉਹਨਾਂ ਨੂੰ ਜਾ ਕੇ ਘਰਾਂ 'ਚ ਆਈਜ਼ ਦੇ। ਕਿਸੇ ਨੇ 5 ਗ੍ਰਾਮ ਮੰਗਾਣੀ, ਕਿਸੇ ਨੇ 10 ਗ੍ਰਾਮ ਮੰਗਾਣੀ ਆ, ਮੇਰੇ ਨੰਬਰ ਤੇ ਕਾਲ ਕਰੀ, ਬੰਦਾ ਖੜਿਆ ਹੋਊਗਾ ਤੇ ਜਾ ਕੇ ਆਈਜ਼ ਦੇ ਆਂਦੀ। ਭਾਈ ਨਹੀਂ, ਇਸ ਕੰਮ ਦਾ ਜ਼ੁਲਮ ਬਹੁਤ ਭੈੜਾ ਜੇ। ਮੈਂ ਇੰਨੀ ਜੋਗੀ ਹੈ ਨਹੀਂ ਕਿ ਮੇਰੇ ਬੰਦੇ ਨੂੰ 9C ਦਾ ਪਰਚਾ ਲਵਾ ਰਹੇ ਨੇ, ਲੱਖ 2 ਲੱਖ ਮੰਗਣ, ਮੈਂ ਕਿੱਥੋਂ ਦੇਣਾ। ਅੱਛਾ 8 ਸਾਲ ਦਾ ਮੇਰਾ ਬੇਟਾ ਜੇ, ਮੈਂ ਇਸ ਤਰ੍ਹਾਂ ਦਾ ਕੰਮ ਨਹੀਂ ਕਰ ਸਕਦੀ, ਮੇਰੇ ਹੱਥ ਖੜੇ ਹੀ ਹੋ। ਕਹਿੰਦਾ ਫਿਰ ਤੂੰ ਸਾਰੀ ਜ਼ਿੰਦਗੀ ਜੇਲ੍ਹ ਦੀਆਂ ਆਪਣੇ ਬੰਦੇ ਨੂੰ ਚੱਕੀਆਂ ਫਸਾਣੀਆਂ। ਮੈਂ ਕਿਹਾ ਮੈਨੂੰ ਚੱਕੀਆਂ ਫਸਾਣੀਆਂ ਕਬੂਲ ਆ, ਜੇ ਅੱਲਾ ਨੇ ਸਾਡੇ ਨਸੀਬਾਂ 'ਚ ਇੰਝ ਲਿਖਿਆ ਹੋਇਆ ਤੇ ਇੰਝ ਹੀ ਸਹੀ। ਤੂੰ ਤੇਰੇ 'ਚ ਹਿੰਮਤ ਆ, ਤੂੰ ਮੈਂ ਕਿਹਾ ਇਹਨੂੰ ਹੱਥ ਘੜੀਆਂ ਲਵਾ ਦੇ। ਫਿਰ ਬਾਜ਼ਾਰ ਚੌਂਕ 'ਚ ਖੜ ਕੇ ਕਹਿੰਦਾ ਮੇਰਾ ਤੇਰਾ ਭੈਣ ਕੋਈ ਰਿਸ਼ਤਾ ਨਹੀਂ ਹੈ। ਅੱਛਾ ਖੜ ਕੇ ਮੈਂ ਕਿਹਾ ਮੇਰਾ ਤੇਰਾ ਰਿਸ਼ਤਾ ਹੈ ਵੀ ਕੋਈ ਨਹੀਂ, ਤੂੰ ਦਲਾਲੀ ਖਿਲਾਨਾ ਲੋਕਾਂ ਨੂੰ ਵੀ ਤੇ ਉਹ ਆਪ ਵੀ ਖਾਨਾ। ਕਹਿੰਦਾ ਮੇਰੇ 'ਚ ਕੀ ਭੈੜ ਦੇਖੀ ਆ? ਮੈਂ ਕਿਹਾ ਜਦੋਂ ਤੂੰ ਜਨਾਨੀਆਂ ਇਸਤੇਮਾਲ ਕਰਦਾ ਲਿਆਣ ਕੇ, ਕੀ ਗੱਲ ਅਸੀਂ ਬੱਚੇ ਆ? ਕਹਿੰਦਾ ਇਹਦਾ ਬਦਲਾ ਤੈਨੂੰ ਬੜਾ ਭੈੜਾ ਦੇਣਾ ਪੈਣਾ ਹੀ। ਮੈਂ ਕਿਹਾ ਠੀਕ ਆ। ਫਿਰ ਇਹਨੇ ਦਰਵਾਜ਼ਾ ਖੜਕਾਇਆ, ਰਾਤ ਦੇ ਟਾਈਮ ਹੈ ਸੀ ਤਕਰੀਬਨ 12:30 ਦਾ ਟਾਈਮ। ਦਰਵਾਜ਼ਾ ਖੋਲ੍ਹਿਆ ਇਹਨੇ, ਇਸ ਤਰ੍ਹਾਂ ਦਰਵਾਜ਼ਾ ਖੋਲ੍ਹਿਆ ਸਾਰ ਮੈਨੂੰ ਇੰਝ ਲੱਤ ਮਾਰੀ ਆ। ਲੱਤ ਮਾਰਦਿਆਂ ਸਾਰ ਮੈਂ ਨੀਚੇ ਗਿਰੀ ਆ। ਨੀਚੇ ਗਿਰਦਿਆਂ ਸਾਰੇ ਨੇ ਪੈਰਾਂ ਨੇ, ਲੱਤਾਂ ਦੀਆਂ ਅੱਡੀਆਂ ਉੱਪਰ ਨਾ ਪੈਰ ਐਸੇ ਜ਼ੋਰ ਕੇ ਇਹਨੇ ਮਾਰੇ ਨਾ, ਆ ਨਿਸ਼ਾਨ ਪਏ ਹੋਏ ਆ। ਇਹ ਹੁਣ ਤੇ ਕੁਝ ਹਟ ਗਏ ਆ, ਦੇਖੋ ਇੱਥੋਂ ਤਿਕਰ ਉੱਪਰ ਤਿਕਰ। ਫਿਰ ਮੇਰੇ ਬੰਦੇ ਨੂੰ ਬਾਹਰ ਲੈ ਕੇ ਗਏ ਗਿਰੇਵਾਨ ਤੋਂ ਫੜ ਕੇ, ਇਹਦੇ 2-3 ਚਪੇੜਾਂ ਚਪੂੜਾਂ ਮਾਰੀਆਂ। ਇਹਨੇ ਕਿਹਾ ਮੇਰਾ ਕੋਈ ਮਸਲਾ ਨਹੀਂਗਾ ਹੈਗਾ, ਮੈਂ ਕਿਸੇ ਪਾਸੇ ਨਹੀਂ ਜਾਣਾ। ਕਹਿੰਦਾ ਸਾਨੂੰ ਪਤਾ ਲੱਗਾ ਕਿ ਤੂੰ ਜਾ ਕੇ ਦਰਖਾਸਤਾਂ ਬਹੁਤ ਜ਼ਿਆਦੀਆਂ ਦਿਨਾਂ ਜੀ, ਤੈਨੂੰ ਪਾਣੀਆਂ ਪੈਣੀਆਂ। ਹਾਂ ਦਰਖਾਸਤ ਦੀ ਆਪਨੇ? ਅਸੀਂ DPO ਦੇ ਕੋਲ 'ਚ ਪੇਸ਼ ਹੋਏ ਸੀਗੇ। DPO ਪੇਸ਼ ਹੋਏ? ਹਾਂਜੀ ਅੱਛਾ ਫਿਰ ਪੇਸ਼ ਹੋਏ ਤੇ ਫਿਰ ਕੀ ਕਹਿੰਦਾ DPO ਨੇ ਕੁਝ ਵੀ ਨਹੀਂ ਕਿਹਾ। ਉਹਨੇ ਲਿਖ ਕੇ ਸਾਨੂੰ ਫੈਕਟਰੀ ਏਰੀਆ ਭੇਜ ਦਿੱਤਾ। ਕੋਟ ਅਬਦਲ ਮਾਲਕ ਆਈਆਂ, ਇਹਨਾਂ ਨੇ ਕਿਹਾ ਟੂ ਪਲਾਜ਼ੇ ਕੋ ਚਲੀ ਜਾ। ਉਧਰ ਗਈਆਂ, ਇਹਨਾਂ ਨੇ ਕਿਹਾ ਇੱਧਰ ਚੱਲਿਆ। ਜਾਣੀ ਕਿ 3-4 ਵਾਰੀ ਮੈਂ ਜੀ ਮੈਨੂੰ ਇਹਨਾਂ ਨੇ ਚੱਕਰ ਚੁੱਕਰ ਕਢਾਇਆ ਤੇ ਅੰਦਰ ਕਿਸੇ ਦੇ ਕੋਲ ਮੈਨੂੰ ਜਾਣ ਹੀ ਨਹੀਂ। ਜਦੋਂ ਮੈਂ ਅੰਦਰ ਜਾਂਦੀ ਸੀਗੀ ਨਾ, ਕਿਸੇ ਨੇ ਵੀ ਨਹੀਂ ਮੈਨੂੰ ਕੋਸ਼ਿਸ਼ ਹੀ ਨਹੀਂ ਕੀਤੀ ਹੈ ਇਹਨਾਂ ਨੇ ਕਿ ਵੀ ਚੱਲ ਇਹ ਅੰਦਰ ਪਹੁੰਚ ਜਾਵੇ, ਗੱਲਬਾਤ ਕਰ ਲਵੇ। ਮੈਂ ਉਹਨਾਂ ਨੂੰ ਇੰਨੀ ਗੱਲ ਕਹੀ, ਮੈਂ ਕਿਹਾ ਚਲੋ ਠੀਕ ਹੈ ਭਾਈ, ਨਹੀਂ ਨਾ ਤੁਸੀਂ ਜਾਣ ਦਿੰਦੇ, ਤੁਸੀਂ ਆਪਣੇ ਘਰ ਚਲੇ ਜਾਂਦੇ। ਫਿਰ ਮੈਂ ਨਾ ਤੀਸਰੇ ਦਿਨ ਬਾਅਦ ਫਿਰ ਮੈਂ DPO ਕੋਲ ਗਈ। ਉਹਨੇ ਕਿਹਾ ਬੀਬੀ ਬਾਰ-ਬਾਰ ਨਹੀਂ ਆਈਦਾ ਹੁੰਦਾ, ਮੈਂ ਤੁਹਾਨੂੰ ਲਿਖ ਕੇ ਦੇ ਦਿੱਤਾ, ਤੁਸੀਂ ਜਾ ਕੇ ਨਾ ਆਪਣਾ ਕੇਸ ਦਾਇਰ ਕਰੋ। ਉੱਥੇ ਜਾਵਾਂ ਉਹ ਨਾ ਸੁਣਨ, ਇੱਧਰ ਜਾਵਾਂ ਇਹ ਨਾ ਸੁਣਨ, ਜਾਵਾਂ ਤੇ ਮੈਂ ਜਾਵਾਂ ਕਿੱਥੇ? ਕਿਹੜੀ ਜਗ੍ਹਾ ਤੇ ਜਾਵਾਂ? ਕਿੱਥੇ ਜਾ ਕੇ ਬੱਚੇ ਲੁਕਾਵਾਂ ਕਿ ਮੇਰੇ ਬੰਦੇ ਨੂੰ ਕੁਝ ਕਰ ਜਾਏ, ਮੇਰੇ ਬੱਚੇ ਨੂੰ? ਤੁਸੀਂ ਉੱਥੇ ਹੀ ਰਹਿਸ਼ੀ ਹੋ? ਮਕਾਨ ਅੱਗੇ ਬਦਲਿਆ ਹੋਇਆ, ਕਰੀਬੀ ਮਕਾਨ? ਹਾਂਜੀ ਮਕਾਨ ਜਿੱਥੇ ਵੀ ਮੈਂ ਬਦਲਦੀ ਆ ਨਾ, ਉੱਥੋਂ ਹੀ ਜਾ ਕੇ ਲੱਭ ਲੈਂਦਾ ਵਾ। ਨੁੱਕਰਾਂ ਤੇ ਮੁਲਾਜ਼ਮ ਖਿਲਾਰਦਾ ਵਾ, ਲੋਕਾਂ ਦੇ ਵਿੱਚ ਨਾ ਜਾਣੀ ਕਿ ਮੈਨੂੰ ਗੰਦਿਆਂ ਸਾਬਤ ਕਰ ਰਿਹਾ। ਜੋ ਕੁਛ ਕਰ ਰਹੀ ਆ ਬੀਬੀ ਕਰ ਰਹੀ, ਜੋ ਕੁਛ ਕਰ ਰਹੀ ਆ ਬੀਬੀ ਕਰ ਰਹੀ। ਬੀਬੀ ਨੂੰ ਬਦਨਾਮ ਕਰ ਰਿਹਾ, ਆਪ ਝੰਡੇ ਲਵਾ ਰਿਹਾ ਜੀ। नाज़रीन इसकी वीडियोस देखें, अगर ये वही बंदा है जिसकी तस्वीर है और ये वीडियो में वही बंदा है, तो फिर ये मेरे ख्याल में शायद वतन अज़ीज़ के तमाम तर अब पुलिस वाले या फिर दूसरे इदारों में छोटे मोटे में काम करने वाले जितने भी मुलाजमीन हैं, वो मेरे ख्याल में अब तबाही के दाने पहुँच गए हैं। हमारे साथ एडवोकेट, मारूफ एडवोकेट हैं वलीद सदीकी साहब। इन्होंने बड़ी इंसानियत की खिदमत की है। आए दिन कोई ना कोई अपनी जान पे मसला लेके बैठे होते हैं, दुश्मनियाँ लोगों की पालते जा रहे हैं और लोगों को रिलीफ देते जा रहे हैं। अस्सलाम वालेकुम जी वालेकुम सलाम। ये कैसे आ गया आपके पास? सर ये एक दोस्त से हमारे उनकी मार्फत से मेरे पास पहुँचे हैं। मीडिया कहीं है वो भी आप? जी जी, तो आप जैसे भाई थे
तो वहाँ से ही मेरे पास आए हैं। अच्छा, फिर क्या दरख्वास्त दी DPO अब को? इनकी जब ये मेरे पास पहुँचे, इनका मैंने केस सुना पहले सही। तो आप वाली बात, तो मैंने SP इन्वेस्टिगेशन साहब को कॉल की। अच्छा, उन्होंने हमें टाइम दिया। FIR नहीं? नहीं, FIR नहीं। कल उनके पास हमारी मुलाकात थी, कल हम गए भी, उन्होंने हमें प्रॉपर सुना भी। फिर उन्होंने बाकायदा हमें कहा आप थोड़ा सा वेट करें, ऑफिस में वेट करें, हम उस बंदे को भी बुलवाते हैं तलब। अच्छा, ठीक। अब कल आपके सामने जो सिचुएशन बनी इमरान खान साहब की डिस्क्वालिफिकेशन की, क्वालिफिकेशन क्या? तो उसकी वजह से पुलिस लाइन ऑर्डर ड्यूटी थी, तो पुलिस को अपनी पड़ गई थी जो मामला थे, क्योंकि आपको पता जगह जगह मुजाहरे हो रहे थे, तो उस बना पे जो है उन्होंने पेंडिंग पे कर दिया था। अच्छा, ये वीडियोस देखने के बाद जो आपने मुझे सेंड किए हैं, इन्होंने आपको किए हैं, उसमें तो ये लगता है ये वही बंदा है। जी जी, वही बंदा है। बाकायदा इसको हमने SP साहब के बाकायदा उनके पर्सनल नंबर पे उनको शेयर भी कर दी। फिर उसके बाद उन्होंने इसके ऊपर एक्शन भी लिया। इसके ऊपर एक्शन भी लिया? हाँ जी, वो उम्मीद है इंशाल्लाह इसके ऊपर जल्द अज जल्द FIR भी हो जाएगी। FIR हो जाएगी? जी जी, क्योंकि औरत भी गैर औरत है? जी, औरत भी गैर औरत है। और इनके घर में वो ये कुबा खाना बना के जी बैठा जी बिल्कुल, उसने तो बाकायदा कुबा खाना, एक मंशियात का अड्डा। आपकी इन्फॉर्मेशन और ये सारा कुछ क्या कहता है? अच्छा, मुझे जो पर्सनली मैंने जो इन्फॉर्मेशन ली, 90% ये बंदा करप्ट पाया गया। गिल्टी है? हाँ जी, और इसके मामला जो है, इसके जो मंशियात बेचने के, जनाकारी के, फिर रिश्वत के, हराम खोरी के, बहुत मकबूल है उस इलाके में ये। बहुत मकबूल है? हाँ जी। लेकिन अच्छा, मैंने एक बाकायदा CIA से भी कंफर्म करवाया, वहाँ से पता चलता है कि ये डोल्फन वाला है। कल जब हम SP साहब के पास बैठे थे, जो उनके PS साहब उनको अपडेट कर रहे थे, उधर पता चलता है कि ये रज़ाकार है। ये रज़ाकार है? हाँ जी, पुलिस में भी नहीं है? पुलिस में भी नहीं, जहाँ तक ये कल जो मुझे उनकी खबर से मिली है, जो अच्छा। उनकी गुफ्तगू हो रही थी हमारी वहाँ पे बैठे हुए। ओहो, ये पुलिस की T-शर्ट पहन के फिर रहा है। पुलिस वाला नहीं है? हाँ, जहाँ तक ये अभी हमें कल परसों इसकी रिपोर्ट प्रॉपर मिल जाएगी मंडे तक, पता चल जाएगा। क्योंकि हम PS साहब से मेरी बात हुई ना बाकायदा कल शाम को, दोपहर को हमारी जुमे के बाद मुलाकात हुई थी, तो उन्होंने कहा था सर थोड़ा सा वेट करें, हम इसकी इन्वेस्टिगेशन प्रॉपर करवा के। SP साहब ने कहा कि इसकी खबर लें ये करता क्या है, आया ये मुलव्वस भी है कि नहीं कोई इलीगल एक्टिविटीज़ में, जिस तरह ये, क्योंकि माशरे में ये लोग फ़िरौन बने हुए हैं। फ़िरौन बने हुए? और ये माशरे को असल में जो हमारा ये नेगेटिविटी की तरफ जा रहा है ना, असल ये जो मंशियात की और दूसरे मामला चोरियों के, ये पुलिस खानों के, ये पुलिस सपोर्ट करती है, तो होते हैं इलाके की पुलिस? जी जी, इलाके की पुलिस मुलव्वस होती है इनके साथ। अगर हमारी पुलिस का कल्चर ठीक हो जाए तो आज हज़रत उमर फ़ारूक का दौर वापस आ जाएगा। नाज़रीन, कितनी बड़ी बात कर दी है कि सिर्फ़ और सिर्फ इंसाफ की फराहमी होनी चाहिए, पुलिस का कल्चर ठीक होना चाहिए और सही राह दिखानी चाहिए। पुलिस एक ज़ाते खुद एक ऑब्ज़र्वर है, पुलिस तहफ़्फ़ुज़ फराहम करने वाला इदारा भी है, वो खादम इदारा भी है, लेकिन क्या कुछ हो रहा है। आपने ये फुटेजेस भी देखी होंगी, आपने ये वीडियोस भी देखी होंगी, और कुछ वॉइस मैसेजेस हैं, बकौल इनके ये उसी औरत के हैं जिसके साथ वो लेट के ये सारा मामला, ये सारी चीज़ें कर रहा है, ये उसी के हैं। अब बड़ी मेरे लिए परेशानी की एक कैफियत है, मैं रोज़ाना ही इस तरह के केसेस देखता हूँ, परेशान हो जाता हूँ। वकील साहब ज़रा सब इंस्पेक्टर साहब को फ़ोन तो करें। अस्सलाम वालेकुम। कॉल अब रिकॉर्ड की जा रही है। जी अस्सलाम वालेकुम जी। यासर शमून अर्ज़ कर रहे हैं वहाँ अपना उर्दू वायरल तो एक सहाफ़ी हाँ परवीन अख्तर एक बीबी ने वो ਤੁਹਾਡੇ ਬਾਰੇ ਚ ਇੰਟਰਵਿਊ ਕਰਾ ਰਹੀਆਂ ਨੇ ਔਰ ਤੁਹਾਡੀ ਕੁਝ ਵੀਡੀਓਜ਼ ਨੇ ਉਹਨਾਂ ਦੇ ਕੋਲ, ਤੇ ਮੈਂ ਸੋਚਿਆ ਕਿ ਅਰਸਲਾਨ ਭਾਈ ਤੁਹਾਡੇ ਕੋਲ ਵੀ ਪੁੱਛ ਲਾਂ, ਤੁਸੀਂ ਪੁਲਿਸ ਅਫਸਰ ਹੋ? ਤੁਹਾਨੂੰ ਕੀ ਨਾਮ ਦੱਸਿਆ ਜੀ ਆਪਣਾ? ਮੇਰਾ ਨਾਮ ਯਾਸਰ ਸ਼ਮੂਨ ਖਾਨ ਹੈ। ਤੁਸੀਂ ਪੁਲਿਸ ਅਫਸਰ ਹੋ ਸਰ? ਯਾਸਰ ਸ਼ਮੂਨ ਖਾਨ ਸਾਹਿਬ? ਹਾਂਜੀ हाँ नाज़रीन, वो तो फ़ौरन ही 1 मिनट हुआ, उन्होंने कहा कि 1 मिनट में ਤੁਹਾਨੂੰ कॉल बैक करना। यासर शमून उर्दू वायरल टेलीविजन तो गल कर रहे हैं, की हाल है? ठीक हो? अल्हम्दुलिल्लाह जी। SP साहब ਦੇ PS हो ना तुसी? जी रीडर जी। जी रीडर। अच्छा, गुजारिश है एक परवीन अख्तर नामी औरत की दरख्वास्त आई दी है, अरसलान जट सब इंस्पैक्टर है कोई, ਉਹਦੇ खिलाफ। ਅਰਸਲਾਨ ਜੱਟ ਸਬ ਇੰਸਪੈਕਟਰ ਕੋਈ ਵੀ ਨਹੀਂ ਆਇਆ। ਅਰਸਲਾਨ ਜੱਟ ਇਹਦੇ ਚ ਅਰਸਲਾਨ ਜੱਟ ਜਿਹੜਾ ਨਾ ਕਾਂਸਟੇਬਲ ਹੈ। ਕਾਂਸਟੇਬਲ ਹੈ? ਹਾਂਜੀ। ਉਹ ਜਿਹੜੀ ਤਸਵੀਰ ਦਿਖਾਉਂਦੇ ਨੇ
ਉਹ ਕਾਂਸਟੇਬਲ ਹੈ, ਉਹਦੀ ਯੂਨੀਫਾਰਮ ਤੇ ਕਾਂਸਟੇਬਲ ਰੈਂਕ ਕੋਈ ਨਹੀਂ ਲੱਗਿਆ ਹੋਇਆ। ਲੇਕਿਨ ਉਹ ਤੇ ਆਪਣੇ ਆਪ ਨੂੰ ਸਬ ਇੰਸਪੈਕਟਰ ਕਹਿੰਦਾ ਹੈ। ਨਹੀਂ ਸਰ, ਯੂਨੀਫਾਰਮ ਉਹਦੀ ਤੁਸੀਂ ਤਸਵੀਰ ਇਹਨਾਂ ਕੋਲ ਹੈ, ਤੁਸੀਂ ਵੇਖ ਲਵੋ। ਤੇ ਸਰ ਉਹਦੀ ਵੀਡੀਓ ਵੀ ਔਰਤ ਦੇ ਨਾਲ ਲੰਮਿਆ ਪਿਆ ਇਹਨਾਂ ਦੇ ਘਰ ਦੇ ਵਿੱਚ ਔਰ ਉਹ ਸਾਰਾ ਕੁਝ। ਚਲੋ ਉਹ ਇਹਨਾਂ ਦੇ ਕੋਲ ਹੀ ਹੈ। ਹਾਂਜੀ, ਤੇ ਉਹ ਤੇ ਮੇਰੇ ਕੋਲ ਆ ਗਈ ਏ, ਉਹ ਤਾਂ ਠੀਕ ਹੈ, ਲੇਕਿਨ ਉਹ ਤੇ ਇਹਨਾਂ ਨੂੰ ਕਤਲ ਦੀਆਂ ਧਮਕੀਆਂ, ਮਾਰਨ ਦੀਆਂ ਧਮਕੀਆਂ ਤੇ ਪਤਾ ਨਹੀਂ ਕੀ ਕੁਝ ਕਰ ਰਿਹਾ। ਪੁਲਿਸ ਐਕਸ਼ਨ ਕਿਉਂ ਨਹੀਂ ਲੈ ਰਹੀ? ਅਸਲਾਨ ਜੱਟ ਨੂੰ ਧਮਕੀਆਂ ਲਾ ਰਹੇ ਇਹਦੇ ਤੇ ਇੱਕ ਇਹਨਾਂ ਨੇ ਇਨਵੈਸਟੀਗੇਸ਼ਨ ਟੀਮ ਬਣਾਈ ਹੈ। ਹਾਂਜੀ, ਮੈਂ ਉਹਨਾਂ ਨੂੰ ਪੁੱਛਣਾ ਵਾ ਕੀ ਕੀਤਾ ਹੈ। ਬਕਾਇਦਾ ਉਹ ਤੇ ਇਹਨਾਂ ਦੇ ਘਰ ਚ ਆ ਕੇ ਧਮਕੀਆਂ, ਇਹਨਾਂ ਨੂੰ ਮਾਰ ਕੁੱਟ ਕੇ ਉਹਨਾਂ ਨੂੰ ਨੀਲੋ ਨੀਲ ਕਰ ਗਿਆ ਔਰ ਬੁਰਾ ਹਾਲ। ਕਿਦੋਂ ਦੀ ਗੱਲ ਹੈ? ਇਹ ਪਰਸੋਂ ਦੀ ਗੱਲ ਹੈ। ਪਰਸੋਂ ਦੀ ਗੱਲ ਹੈ। ਕੱਲ ਸਾਡੇ ਕੋਲ ਆਏ ਨੇ, ਤੁਸੀਂ ਪਰਸੋਂ ਦੀ ਗੱਲ ਸੁਣਾ ਰਹੇ ਹੋ। ਕੱਲ ਤੇ ਬਿਲਕੁਲ ਠੀਕ ਸਰ, ਨਾ ਇਹਨਾਂ ਨੇ ਕੋਈ ਗੱਲ ਕੀਤੀ ਹੈ। ਉਹ ਬਕਾਇਦਾ ਸਾਨੂੰ ਇੰਟਰਵਿਊ ਦਿੱਤਾ, ਉਹਨਾਂ ਆਪਣੀਆਂ ਲੱਤਾਂ ਦਿਖਾਈਆਂ ਨੇ, ਉਹ ਨੀਲੋ ਨੀਲ ਹੋਈਆਂ ਪਈਆਂ ਨੇ। ਭਾਈਜਾਨ ਕੱਲ ਪੇਸ਼ ਹੋਏ ਸਨ ਇੱਥੇ ਐਸਪੀ ਸਾਹਿਬ ਇਨਵੈਸਟੀਗੇਸ਼ਨ। ਅੱਛਾ ਸਰ, ਮੈਂ ਇਹ ਅਰਸ਼ਦ ਭਾਈ ਪੁੱਛਣਾ ਚਾਹ ਰਿਹਾ ਕਿ ਉਹ ਕਾਂਸਟੇਬਲ ਦੇ ਖਿਲਾਫ ਤੁਸੀਂ ਕੋਈ ਕਾਨੂੰਨੀ ਕਾਰਵਾਈ ਕੀਤੀ ਕਿ ਨਹੀਂ ਕੀਤੀ? ਇਹ ਤੇ ਕਰ ਸਰ ਉਹਦੇ ਤੇ ਸਾਹਿਬ ਨੇ ਜਿਹੜਾ ਨਾ ਕੋਈ ਰਿਸਪੌਂਸਿਬਿਲਟੀ ਲਾਈ ਸੀ, ਕਿਸੇ ਬੰਦੇ ਦੀ ਫਿਕਸ ਕੀਤੀ ਸੀ। ਨਹੀਂ ਤੇ ਉਹ ਤੇ ਪਰਚਾ ਨਹੀਂ ਹੋਇਆ। ਖਵਾਤੀਨ ਦੀ ਤੇ ਦਰਖਾਸਤ ਦੇ ਉੱਤੇ ਪਹਿਲੇ ਪਰਚਾ ਹੋ ਜਾਂਦਾ। ਜੈਂਡਰ ਐਕਟ ਹੀ ਬੜਾ ਖਤਰਨਾਕ ਮੈਨੂੰ ਹੈ। ਪਤਾ ਤੇ ਕਰ ਲੈਂਦੇ ਹੋ ਨਾ, ਮੈਨੂੰ ਤਾਂ ਪਤਾ ਕਰ ਲੈਂਦੇ ਹੋ ਸਰ। ਅੱਛਾ, ਪਤਾ ਕੀ ਲੈਂਦੇ ਹੋ ਕਿਸੇ ਨੂੰ, ਮੈਂ ਫੇਰ ਹੀ ਦੱਸ ਸਕਦਾ ਨਾ ਜਨਾਬ ਨੂੰ। ਅੱਛਾ, ਤਾਂ ਪਤਾ ਕਰਕੇ ਸਾਨੂੰ ਜ਼ਰੂਰ ਦੱਸਣਾ। ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ। ਮਾਲ ਐਕਸ਼ਨ ਯਾਰ ਸਮਝੋ ਭਾਈ, ਇਹ ਤੁਹਾਨੂੰ ਆਂਦੀ ਹੈ ਕਾਲ ਇਹ ਤੇ 2-3 ਮਹੀਨੇ ਉਹਦੇ ਮੈਟਰ ਝੂਠੋ ਝੂਠ ਸਰ ਫਰਾਡ ਹੈ। ਮੇਰੀ ਗੱਲ ਸਮਝਦੇ ਹੋ ਨਾ? ਜੀ ਜੀ, ਤੁਸੀਂ ਉਹੀ ਮੈਂ ਕਹਿ ਰਿਹਾ, ਤੁਹਾਡਾ ਮੌਕਫ ਸਰਸਲਾਨ ਭਾਈ, ਤੁਹਾਡਾ ਮੌਕਫ ਲੈਣਾ ਚਾਹ ਰਿਹਾ ਸਾਂ। ਤੁਸੀਂ ਆਪਣੇ ਆਪ ਨੂੰ ਸਬ ਇੰਸਪੈਕਟਰ ਕਹਿੰਦੇ ਹੋ, ਤੁਸੀਂ ਤੇ ਕਾਂਸਟੇਬਲ ਹੋ। ਫੇਰ ਉਹੀ ਕਰੇ ਕਿਹੜਾ ਚਵਲ ਵਗੈਰਾ ਸੰਦਾ ਜੇ ਝੂਠੋ ਝੂਠ ਤੁਸੀਂ ਇਹ ਤੁਹਾਨੂੰ ਮੈਂ ਤੇ ਤੁਹਾਡੀ ਜਿਹੜੀ ਇਹ ਵੀਡੀਓ ਗੱਲ ਹੋ ਰਹੀ ਹੈ, ਜਿਹੜੀ ਵੀਡੀਓ ਤੁਹਾਡੀ ਫਿਰ ਇਸ ਗੱਲ ਨੂੰ ਸਾਡੀ ਨੂੰ ਨਹੀਂ ਜੇ ਫਾਲੋ ਕਰਦੇ ਪਏ ਵੀ ਮੈਂ ਆਖਦਾ ਸਭ ਝੂਠ ਹੈ, ਫਰਾਡ ਹੈ। ਅੱਛਾ, ਨਹੀਂ ਹੈ ਇਹੋ ਜਿਹੀ ਕੋਈ ਵੀ ਗੱਲ। ਤੁਸੀਂ ਮੇਰੀ ਵੀ ਗੱਲ ਫਾਲੋ ਕਰੋ ਨਾ। ਤੁਹਾਨੂੰ ਸਰ ਉਹੀ ਮੈਂ ਕਹਿ ਰਿਹਾ ਫੋਨ ਆ ਜਾਂਦਾ। ਅਰਸਲਾਨ ਭਾਈ, ਤੁਸੀਂ ਮੈਨੂੰ ਫੋਨ ਨਾ ਕਰਾਓ, ਤੁਹਾਡੀ ਗੱਲ ਹੀ ਮੇਰੇ ਲਈ ਬੜੀ ਮੁਕੱਦਮ ਹੈ। ਨਹੀਂ ਤੁਹਾਡੇ ਹਕੀਕਤ ਆ, ਤੁਹਾਡੇ ਨਾਲ ਜਦੋਂ ਕੁਲੀਗ ਤੇ ਸਾਰੀ ਮੀਡੀਆ ਨੂੰ ਪਤਾ ਵੀ ਸਭ ਇਹ ਝੂਠੋ ਝੂਠ, ਕਦੀ ਕਿਸੇ ਨੂੰ ਆਂਦੇ ਨੇ, ਕਦੀ ਕਿਸੇ ਨੂੰ ਆਂਦੇ ਨੇ। 2-3 ਮਹੀਨੇ ਤੋਂ ਮੈਟਰ ਚੱਲਣ ਦਿਆ। ਅੱਛਾ, ਇਹ ਸਭ ਫਰਾਡ ਹੈ। ਕਦੀ ਕਿਸੇ ਨੂੰ ਆ ਲੈਂਦੇ ਤੇ ਕਦੀ ਕਿਸੇ ਨੂੰ ਆ ਲੈਂਦੇ, ਕਦੀ ਕਿਸੇ ਨੂੰ ਲੈਂਦੇ। ਤਾਂ ਤੁਸੀਂ ਫੋਨ ਕੱਟ ਕਰੋ, ਤੁਹਾਨੂੰ ਸਾਰੀ ਹਕੀਕਤ ਦਾ ਪਤਾ ਚੱਲ ਜਾਂਦਾ ਹੈ। ਨਹੀਂ ਮੈਨੂੰ ਤੁਹਾਡੇ ਕੁਲੀਗ ਹੀ ਤੁਹਾਨੂੰ ਦੱਸਦੇ ਨੇ। ਇੱਕ ਚੀਜ਼ ਦੱਸ ਦਿਓ, ਇਹ ਜਿਹੜੀ ਵੀਡੀਓ ਹੈ ਜਿਸ 'ਚ ਤੁਸੀਂ ਔਰਤ ਲੱਤ ਰੱਖ ਕੇ, ਮੈਂ ਤੁਹਾਨੂੰ ਇਹ ਗੱਲ, ਇਹ ਤੇ ਤੁਹਾਡੀ ਹੈ ਨਾ, ਇਹ ਵੀਡੀਓ ਤੇ ਤੁਹਾਡੀ ਹੈ ਨਾ। ਮੈਂ ਆਖਣਾ ਤੁਸੀਂ ਫੋਨ ਬੰਦ ਕਰੋ, ਤੁਹਾਨੂੰ ਫੋਨ ਮੈਂ ਤੁਹਾਨੂੰ ਪੁੱਛ ਰਿਹਾ, ਵੀਡੀਓ ਤੁਹਾਡੀ, ਮੈਨੂੰ ਸਿਫਾਰਿਸ਼ਾਂ ਦੇ ਫੋਨ ਨਾ ਕਰਾਓ। ਮੈਂ ਤੁਹਾਨੂੰ ਪੁੱਛ, ਸਿਫਾਰਿਸ਼ਾਂ ਦੀ ਨਹੀਂ ਗੱਲ, ਤੁਹਾਡੇ ਕੁਲੀਗ ਹੀ ਤੁਹਾਨੂੰ ਕਰਨਗੇ ਫੋਨ। ਮੈਂ ਤਾਂ ਤੁਹਾਨੂੰ ਤੁਸੀਂ ਆਪਣੀ ਜ਼ਬਾਨ ਜੋ ਆਪਣੀ ਜ਼ਬਾਨ ਤੁਹਾਨੂੰ ਫਿਰ ਆਪ ਮਿਲ ਕੇ ਤੁਸੀਂ ਸ਼ਾਮ ਦਾ ਟਾਈਮ ਰੱਖੋ, ਤੁਹਾਨੂੰ ਫੋਨ ਆ ਜਾਂਦਾ, ਉੱਥੇ ਤੁਹਾਨੂੰ ਮੂੰਹ ਜ਼ਬਾਨੀ ਗੱਲ ਹੋ ਜਾਂਦੀ ਆ। ਨਹੀਂ, ਮੇਰੇ ਨਾਲ ਮੂੰਹ ਜ਼ਬਾਨੀ ਕੀ ਗੱਲ ਕਰਨੀ ਹੈ? ਤੁਸੀਂ ਆਪਣੇ ਐਸਪੀ ਸਾਹਿਬ ਨਾਲ ਕਰਨਾ। ਮੈਂ ਤੇ ਤੁਹਾਨੂੰ ਪੁੱਛ ਰਿਹਾ ਤਾਂ ਕਿ ਤੁਹਾਡੇ ਨਾਲ ਕੋਈ ਝੂਠ, ਤੁਹਾਡੇ ਵਾਸਤੇ ਕੋਈ ਝੂਠ ਨਾ ਬੋਲ ਰਿਹਾ ਹੋਵੇ। ਉਹ ਸੁਣਦੇ ਲੋ, ਸਾਥ ਲੈ ਲੋ, ਸਾਥ ਲੈ ਲੋ। ਤੁਹਾਨੂੰ ਇਹ ਆਖਣਾ ਤੁਸੀਂ ਫੋਨ ਬੰਦ ਕਰੋ। ਮੈਂ ਤੁਹਾਨੂੰ ਕਹਿ ਰਿਹਾ ਵਾਂ, ਕਿਤੇ ਐਸਾ ਨਾ ਹੋਵੇ ਕਿ ਤੁਹਾਡੇ ਵਾਸਤੇ ਝੂਠ ਇਹ ਔਰਤ ਬੋਲਦੀ ਹੋਵੇ। ਤੁਸੀਂ ਅਸਲ ਹਕੀਕਤ, ਸਾਡੇ ਮੂੰਹ 'ਚ ਜ਼ਬਾਨ ਹੈ ਨਾ, ਅਸੀਂ ਮਾਨੀ ਕਰਾਨੀ, ਅਸੀਂ ਗੱਲ ਕਰਨ ਵਾਲੇ ਹੈ ਵਾਂ। ਤੇ ਭਾਈਆ ਨੇ ਵੀਡੀਓ ਨੂੰ ਕੀ ਕਰੋਗੇ? ਇਹ ਵੀਡੀਓ ਨੂੰ ਕੀ ਕਰਨਾ ਜੇ ਮੈਨੂੰ ਦੱਸੋ। ਫੋਨ ਆ ਜਾਂਦਾ ਸਾਰਾ ਵੀਡੀਓ ਨੂੰ ਕੀ ਕਰਨਾ ਮੈਨੂੰ ਇਹ ਤੇ ਦੱਸ ਦਿਓ। ਮੈਂ ਇਹ ਗੱਲ ਆਖਣਾ, ਇਸੇ ਜਵਾਬ ਦਾ ਵੀ ਤੁਹਾਨੂੰ ਜਵਾਬ ਉਹਨੇ ਤੁਹਾਨੂੰ ਮਿਲ ਲੈਂਦਾ। ਜਾਂ ਵੀਡੀਓ ਤੁਹਾਡੀ ਇਹ ਲੰਮੇ ਤੁਸੀਂ ਬੁੱਢੀ ਦੇ ਨਾਲ ਪੇ ਦਿਓ, ਜਵਾਬ ਮੈਨੂੰ ਦੂਸਰੇ ਨੇ ਦੇ ਦੇਣਾ। ਤੁਹਾਨੂੰ ਜਵਾਬ ਆ ਜਾਂਦਾ ਵੀ ਜੋ ਵੀ ਗੱਲ ਹੈ ਨਾ, ਤੁਹਾਨੂੰ ਉਹਨੇ ਬੁੱਢੀ ਨੂੰ ਮਾਰ ਕੇ ਤੁਸੀਂ ਨੀਲੋ ਨੀਲ ਕਰ ਦਿੱਤਾ ਹੈ। ਹਾਲਤ ਉਹਦੀ ਭੈੜੀ ਕਰ ਛੜੀ ਏ। ਖਾਵੰਦ ਉਹਦੇ ਨੂੰ ਵੱਖਰਾ ਮਾਰਿਆ ਜੇ। ਇਹ ਕਦੋਂ ਦਾ ਜੇ ਮੈਟਰ ਤੁਸੀਂ ਦੱਸੋ ਆਪਣੀ ਜ਼ਬਾਨੀ। ਤੁਸੀਂ ਆਪਣਾ ਉਹ ਕਹਿ ਰਹੇ ਨੇ, ਉਹ ਤੇ ਖੁਦ ਕਹਿ ਰਹੇ ਨੇ 2 ਮਹੀਨੇ ਤੋਂ ਚੱਲ ਰਿਹਾ ਮਾਮਲਾ। ਤੁਹਾਡੇ ਨਾਲ ਮਹੀਨਾ ਇੱਕ ਪੂਰਾ ਕਹਿ ਰਹੇ ਨੇ, ਉਹ ਮਹੀਨਾ ਤੇ ਉਹ ਪੂਰਾ ਕਹਿ ਰਹੇ ਨੇ। 3 ਮਹੀਨਿਆਂ ਦੀ ਗੱਲ ਸਾਰੇ ਮੀਡੀਆ ਵਾਲੇ ਕਦੀ ਕਿਸੇ ਨੂੰ ਬੁਲਾ ਕੇ ਆਂਦੀਆਂ ਨੇ, ਕਦੀ ਕਿਸੇ ਨੂੰ ਆਂਦੀਆਂ, ਕਦੀ ਕਿਸੇ ਨੂੰ ਆਂਦੀਆਂ ਨੇ। ਇਹ ਆਮ ਚਲੋ ਆਵਾਮ ਫੈਸਲਾ ਕਰ ਲੇਗੀ, ਆਵਾਮ ਫੈਸਲਾ ਕਰ ਲੇਗੀ ਭਾਈ ਜੀ ਕਿ ਇਹ ਵੀਡੀਓ ਤੁਹਾਡੀ ਹੈ ਕਿ ਕਿਸੇ ਹੋਰ ਦੀ। ਯਾਸਰ ਜਮੂਨ ਭਾਈ, ਇਹ ਹੋ ਜਾਏਗੀ ਗੱਲ। ਤੁਸੀਂ ਇਸ ਗੱਲ ਨੂੰ ਤੁਸੀਂ ਫੋਨ ਬੰਦ ਕਰੋ, ਤੁਹਾਨੂੰ ਸਾਰੀ ਹਕੀਕਤ ਦਾ ਪਤਾ ਲੱਗ ਜਾਂਦਾ। ਨਹੀਂ, ਮੈਨੂੰ ਤੁਸੀਂ ਕੀ ਹਕੀਕਤ ਦੱਸ ਰਹੀ ਹੈ? ਮੇਰੇ ਸਾਹਮਣੇ ਦਰਖਾਸਤ ਹੈ, 1 ਮਹੀਨਾ ਪੁਰਾਣੀ ਗੱਲ ਹੈ। 1 ਮਹੀਨਾ ਪੁਰਾਣੀ ਨਹੀਂ, 3 ਮਹੀਨੇ ਪੁਰਾਣੀ ਹੈ। ਤੁਹਾਡੇ ਨਾਲ ਉਹ ਵੀ ਗਲਤ ਬਿਆਨੀ ਜਿਨ੍ਹਾਂ ਦੇ ਤੁਸੀਂ ਬਿਆਨ ਲੈ ਰਹੇ, ਤੁਹਾਡੇ ਨਾਲ ਉਹ ਵੀ ਹਕੀਕਤ ਨਹੀਂ। ਮੇਰੀ ਐਸਪੀ ਸਾਹਿਬ ਦੇ ਲੀਡਰ ਨਾਲ ਵੀ ਗੱਲ ਹੋਈ ਹੈ, ਉਹਨਾਂ ਨੇ ਕਿਹਾ ਕਾਂਸਟੇਬਲ ਹੈ। ਤੁਹਾਡੀਆਂ ਰਿਕਾਰਡਿੰਗਾਂ ਮੌਜੂਦ ਨੇ ਕਿ ਤੁਸੀਂ ਸਬ ਇੰਸਪੈਕਟਰ ਹੋ। ਮੈਂ ਇਹ ਗੱਲ ਆਨਾ, ਜੇ ਰਿਕਾਰਡਿੰਗ ਹੋਏਗੀ ਤੇ ਮੈਂ ਉਹਦਾ ਜਵਾਬ ਦੇਵਾਂ।
ਤੇ ਜਿਹੜੀ ਵੀਡੀਓ ਜਿਹਦੇ 'ਚ ਲੰਮੇ ਪਏ ਦੇ ਹੋ ਬੁੱਢੀ ਦੇ ਨਾਲ, ਜ਼ਬਾਨ ਹੈ ਸਾਡੇ ਅਫਸਰਾਂ ਨੇ ਬਾਲਾਂ ਨੇ, ਅਸੀਂ ਅਫਸਰਾਂ ਨੇ ਬਾਲਾਂ ਨੂੰ ਹਕੀਕਤ ਦੱਸ ਸਕਦੇ ਆ ਵੀ ਤੇ ਸਰ ਉਹ ਔਰਤ ਕੌਣ ਹੈ? ਉਹ ਤੁਹਾਡੀ ਬੀਵੀ ਏ ਜਿਸ ਉਹ ਭਾਈ ਕੋ ਡੀਲਰ ਫੜੇ ਨੇ, ਡੀਲਰ ਆਂਦੇ ਨੇ ਆ ਭਾਈ ਸਮੈਕਰ ਅਸੀਂ ਇਹਨਾਂ ਦੇ ਪਰਚਾ ਹੋਣਾ ਹੀ ਹੋਣਾ ਹੈ। ਮੇਰੀ ਗੱਲ ਸਮਝਦੇ ਪਏ ਤੁਸੀਂ ਭਾਈ ਹੋ? ਇਹ ਆ ਮਨਸ਼ਿਆਤ ਫਰੋਸ਼ ਨੇ ਸਾਰੇ ਜਹਾਨ ਦੇ, ਇਹਨਾਂ ਦੇ ਘਰ ਡੀਲਰ ਆਂਦੇ ਨੇ। ਅੱਛਾ। ਉਹ ਸਾਡੇ ਕੋਲ ਸਾਰੀਆਂ ਗੱਲਾਂ ਸਾਡੇ ਅਫਸਰਾਂ ਨੇ ਬਾਲਾਂ ਦੇ ਨੋਟਿਸ 'ਚ ਵੀ ਨੇ ਗੱਲ। ਅੱਛਾ ਠੀਕ ਹੈ। ਅੱਛਾ ਮੈਨੂੰ ਇੱਕ ਹੋਰ ਗੱਲ ਦੱਸੋ, ਇਹਨਾਂ ਦੇ ਘਰ ਅੱਗੇ ਵੀ ਮਨਸ਼ਿਆਤ ਡੀਲਰ ਇਹ ਦੇਖੋ ਨਾ ਗੱਲ ਕਲੀਅਰ ਹੋਈ ਹੁਣ, ਦੇਖਿਆ ਨਾ ਅਰਸਲਾਨ ਭਾਈ ਕੋਈ ਗੱਲ ਸਮਝ ਵੀ ਆ ਰਹੀ ਹੁਣ ਤੁਹਾਡੀ। ਤੁਸੀਂ ਭਾਈ ਹੋ, ਤੁਸੀਂ ਮੈਂ ਇਸ ਲਈ ਤੁਹਾਨੂੰ ਕਹਿ ਰਿਹਾ ਤੁਹਾਡੇ ਕਲੀਕ ਹੀ ਲੇਕਿਨ ਤੁਹਾਡੀ ਵੀਡੀਓ ਤੇ ਮੈਨੂੰ ਦੱਸ ਯਾਰ, ਆਪਣੀ ਵੀਡੀਓ ਦਾ ਤੇ ਦੱਸ ਦਿਓ ਮੈਨੂੰ ਕਿ ਵੀਡੀਓ ਤੇ ਜਿਹੜੀ ਔਰਤ ਨਾਲ ਮੈਂ ਤੁਹਾਨੂੰ ਇਹੀ ਗੱਲ ਆਖਣਿਆ ਵਾਂ ਕਿ ਤੁਹਾਡੇ ਕਲੀਕ ਹੀ ਫੋਨ ਬੰਦ ਕਰੋ। ਮੈਂ ਤੁਹਾਡਾ ਦਿੱਤਾ ਤੁਹਾਡੇ ਉਹ ਵੀਡੀਓ ਦੇ ਵਿੱਚ ਕੋਈ ਕੁਲੀਗ ਲੰਮਾ ਪਿਆ ਦਾ ਸੀ ਕਿ ਤੁਸੀਂ ਪਏ ਦੱਸੋ? ਮੈਂ ਇਹ ਗੱਲ ਆਖਣਿਆ ਵਾਂ ਕਿ ਤੁਹਾਨੂੰ ਇਹ ਗੱਲ ਦਾ ਤੁਹਾਨੂੰ ਜਵਾਬ ਮਿਲ ਜਾਂਦਾ ਤੁਹਾਡੇ ਬਈ ਲੰਮੇ ਤੁਸੀਂ ਪਏ ਹੋਏ ਔਰ ਜੋ ਜਵਾਬ ਕੁਲੀਗ ਦੇਵੇਗਾ। ਗੱਲ ਆਖਣਿਆ ਵੀ ਮੇਰੇ ਮੂੰਹ ਹੋ ਸਕਦਾ ਵੀ ਤੁਸੀਂ ਕਹੋ ਵੀ ਇਹ ਘਰੇ ਗਲਤ। ਨਹੀਂ ਮੈਂ ਤੁਹਾਡੀ ਦੂਜੀ ਗੱਲ ਮੰਨ ਲਈਏ, ਮੈਂ ਤੁਹਾਡੀ ਇਹ ਗੱਲ ਮੰਨ ਲਈ ਕਿ ਉਹ ਆइस दिल नाज़रीन भाग गया ये बंदा। मकार और चोर के कोई पाँव नहीं होते। आप इसकी गुफ्तगू से अंदाज़ा लगा सकते हैं कि ये कितना ज़ालिम और सफाक इंसान है। सब इंस्पेक्टर बन के इसके घर को कुबा खाना बना के मनशियात बकवाने की नाकस कोशिश करता रहा और ख़ुद मनशियात फरोश है। क्या इन ज़ालिमों से छुटकारा मिल सकेगा कि नहीं मिलेगा? IG साहब फैसल शाहकार, फैसला आपने करना है। खुदारा इस अवाम के ऊपर तरस खाइए। आप सिर्फ पंजाब पुलिस के नहीं, इस अवाम के भी IG हैं। अपना बहुत ख्याल रखिएगा। अल्लाह हाफिज़।